हेलो माय डियर स्टूडेंट्स। बेटा ਅੱਜ ਦਾ ਜੋ ਸਾਡਾ NTSC ਦੀ ਪ੍ਰੈਪਰੇਸ਼ਨ ਦਾ ਟੌਪਿਕ ਹੈ ਉਹ ਹੈ ਸੈੱਲ, ਜੀਵਨ ਦੀ ਮੁੱਢਲੀ ਇਕਾਈ। ਬੇਟਾ ਤੁਸੀਂ ਜਾਣਦੇ ਹੋ ਕਿ ਜੀਵਨ ਦੀ ਰਚਨਾਤਮਕ ਅਤੇ ਕਾਰਜਾਤਮਕ ਯਾਨੀ ਕਿ ਸਟਰਕਚਰਲ ਤੇ ਫੰਕਸ਼ਨਲ ਜਿਹੜਾ ਯੂਨਿਟ ਹੈ ਉਸ ਨੂੰ ਸੈੱਲ ਕਿਹਾ ਜਾਂਦਾ ਹੈ। ਬੇਟਾ ਸੈੱਲ ਦਾ ਸਭ ਤੋਂ ਪਹਿਲਾਂ ਪਤਾ ਰੋਬਰਟ ਹੁਕ ਨੇ 1665 ਵਿੱਚ ਲਗਾਇਆ ਸੀ। ਉਹਨਾਂ ਨੇ ਕਾਰਕ ਦੀ ਇੱਕ ਪਤਲੀ ਜਿਹੀ ਕਾਟ ਲਈ ਉਹਦੇ ਵਿੱਚੋਂ ਜਿਹੜਾ ਉਹਨਾਂ ਨੇ ਇੱਕ ਸੈਲਫ ਡਿਜ਼ਾਈਨਡ ਖੁਦ ਬਣਾਇਆ ਹੋਇਆ ਮਾਈਕਰੋਸਕੋਪ ਸੀ ਉਸ ਨਾਲ ਪੂਰੇ ਉਸ ਕਾਰਕ ਦੀ ਪਤਲੀ ਕਾਟ ਨੂੰ ਸਟੱਡੀ ਕੀਤਾ। ਦੈਨ ਉਸ ਤੋਂ ਬਾਅਦ ਲਿਊਵਨਹੌਕ ਆਏ। ਉਹਨਾਂ ਨੇ ਦੂਸਰੇ ਵਿਗਿਆਨੀ ਸੀਗੇ ਲਿਊਵਨਹੌਕ, ਜਿਨ੍ਹਾਂ ਨੇ 1674 ਵਿੱਚ ਇੱਕ ਸਪੈਸ਼ਲਾਈਜ਼ਡ ਕਿਸਮ ਦਾ ਖਾਸ ਤਰ੍ਹਾਂ ਦਾ ਸੂਖਮਦਰਸ਼ੀ ਤਿਆਰ ਕੀਤਾ ਜਿਹਦੇ ਵਿੱਚ ਉਹਨਾਂ ਨੇ ਛੱਪੜ ਦੇ ਪਾਣੀ ਵਿੱਚ ਮਿਲਣ ਵਾਲੇ ਸੁਤੰਤਰ ਜੀਵਾਂ ਸੈੱਲਾਂ ਦਾ ਪਤਾ ਲਗਾਇਆ, ਜਿਵੇਂ ਕਿ ਅਮੀਬਾ, ਪੈਰਾਮੀਸ਼ੀਅਮ ਦਾ। तो बेटा ਨੈਕਸਟ ਜਿਹੜੇ ਸੈੱਲ ਨੇ ਉਹ ਸੈੱਲ ਇੰਨੇ ਜ਼ਿਆਦਾ ਛੋਟੇ ਹੁੰਦੇ ਆ ਕਿ ਇਹਨਾਂ ਨੂੰ ਅਸੀਂ ਮਾਈਕਰੋਸਕੋਪ ਦੀ ਹੈਲਪ ਨਾਲ ਦੇਖਦੇ ਹਾਂ, ਔਰ ਜਿਹੜੇ ਇੱਕ ਸੈੱਲ ਦੇ ਵਿੱਚ ਛੋਟੇ ਛੋਟੇ ਪਾਰਟਸ ਯਾਨੀ ਕਿ ਨਿੱਕੜੇ ਭਾਗ ਹੁੰਦੇ ਉਹਨਾਂ ਨੂੰ ਸੈੱਲ ਆਰਗੇਨੈਲਿਸ ਜਾਂ ਨਿੱਕੜੇ ਅੰਗ ਕਿਹਾ ਜਾਂਦਾ ਹੈ। ਤਾਂ ਬੇਟਾ ਇਹ ਜਿਹੜੇ ਨਿੱਕੜੇ ਅੰਗ ਹੈ ਇਹਨਾਂ ਨੂੰ ਆਪਣੇ ਸਿੰਪਲ ਲਾਈਟ ਮਾਈਕਰੋਸਕੋਪ ਨਾਲ ਤਾਂ ਅਸੀਂ ਦੇਖ ਨਹੀਂ ਸਕਦੇ। ਇਹਨਾਂ ਨੂੰ ਦੇਖਣ ਲਈ ਇੱਕ ਖਾਸ ਕਿਸਮ ਦਾ ਮਾਈਕਰੋਸਕੋਪ ਸਾਨੂੰ ਚਾਹੀਦਾ ਹੁੰਦਾ ਹੈ ਜਿਸ ਨੂੰ ਅਸੀਂ ਇਲੈਕਟ੍ਰੋਨ ਮਾਈਕਰੋਸਕੋਪ ਕਹਿੰਦੇ ਹਾਂ। ਬੇਟਾ ਜਿਹੜਾ ਇਲੈਕਟ੍ਰੋਨ ਮਾਈਕਰੋਸਕੋਪ ਹੈ ਇਸ ਦੀ ਖੋਜ 1940 ਵਿੱਚ ਹੋਈ ਸੀ। ਤਾਂ ਬੱਚੇ ਅਸੀਂ ਦੋ ਕੈਟਾਗਰੀਜ਼ ਵਿੱਚ ਇਹਨਾਂ ਨੂੰ ਡਿਵਾਈਡ ਕਰਦੇ ਹਾਂ, ਜਿਹੜੇ ਆਰਗੈਨਿਜ਼ਮਸ ਹੈ ਜਾਂ ਜਿਹੜੇ ਜੀਵ ਹੈ, ਯੂਨੀਸੈਲੂਲਰ ਤੇ ਮਲਟੀਸੈਲੂਲਰ। ਯੂਨੀਸੈਲੂਲਰ ਯਾਨੀ ਕਿ ਇੱਕ ਸੈਲੀ ਜੀਵ ਜਿਨ੍ਹਾਂ ਦਾ ਸਰੀਰ ਕੇਵਲ ਇੱਕ ਸੈੱਲ ਤੋਂ ਬਣਿਆ ਹੁੰਦਾ ਹੈ, ਜਿੱਦਾਂ ਕਿ ਅਮੀਬਾ, ਪੈਰਾਮੀਸ਼ੀਅਮ, ਯੂਗਲੀਨਾ, ਯੀਸਟ, ਇਹ ਸਾਰੇ ਇੱਕ ਸੈਲੀ ਜੀਵ ਨੇ। ਔਰ ਜੇਕਰ ਮੈਂ ਗੱਲ ਕਰਾਂ ਬਹੁ ਸੈਲੀ ਜੀਵਾਂ ਦੀ ਯਾਨੀ ਕਿ ਮਲਟੀ ਸੈਲਰ ਜੀਵਾਂ ਦੀ, ਤਾਂ ਜਿਨ੍ਹਾਂ ਦਾ ਸਰੀਰ ਇੱਕ ਤੋਂ ਵੱਧ ਸੈੱਲਾਂ ਦਾ ਬਣਿਆ ਹੁੰਦਾ ਹੈ, ਜਿਵੇਂ ਕਿ ਅਸੀਂ ਕਹਿੰਦੇ ਹਾਂ ਹਿਊਮਨ ਬੀਇੰਗਸ ਲਗਾ ਲਈ ਅਸੀਂ, ਰਾਈਟ। ਐਨੀਮਲਸ ਨੇ ਜਿਹੜੇ ਸਾਰੇ, ਕੋਈ ਵੀ ਇਨਸੈਕਟਸ ਨੇ, ਜਿਹੜੀ ਚੀਜ਼ ਅਸੀਂ ਦੇਖ ਪਾ ਰਹੇ ਹਾਂ ਉਹ ਕੀ ਹੈ, ਇੱਕ ਬਹੁ ਸੈਲੀ ਜੀਵ ਹੈ। ਦੈਨ ਬੱਚੇ ਨੈਕਸਟ ਹੁਣ ਜਿਹੜੀ ਸੈੱਲ ਵੰਡ ਹੋਣੀ ਹੈ ਜਾਂ ਸੈੱਲ ਦਾ ਵਿਭਾਜਨ ਹੋਣਾ ਹੈ, ਉਹਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਜਦੋਂ ਇੱਕ ਸੈੱਲ ਦਾ ਵਿਭਾਜਨ ਹੁੰਦਾ ਹੈ ਤਾਂ ਨਵੇਂ ਸੈੱਲ ਪੁਰਾਣੇ ਸੈੱਲਾਂ ਤੋਂ ਬਣਦੇ ਹਨ। ਬੇਟਾ ਦੋ ਵਿਗਿਆਨੀ ਸੀਗੇ ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਸੀ ਕਿ ਕਿਸ ਤਰ੍ਹਾਂ ਸੈੱਲ ਜਿਹੜੇ ਨੇ ਨਵੇਂ ਸੈੱਲ ਪੁਰਾਣੇ ਸੈੱਲਾਂ ਤੋਂ ਬਣਦੇ ਨੇ। ਇਹਦੇ ਵਿੱਚ M ਸ਼ਲੀਡਨ ਤੇ T ਸ਼ਵਾਨ ਸੀਗੇ ਜਿਨ੍ਹਾਂ ਨੇ ਸੈੱਲ ਸਿਧਾਂਤ ਦਿੱਤਾ, ਜਿਸ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਾਰੇ ਪੌਦੇ ਅਤੇ ਜੰਤੂ ਸੈੱਲਸ ਦੇ ਬਣੇ ਹੁੰਦੇ ਨੇ ਔਰ ਇਹ ਜਿਹੜਾ ਸੈੱਲ ਹੈ ਉਹ ਸਾਡੀ ਲਾਈਫ ਦੀ ਇੱਕ ਫੰਡਾਮੈਂਟਲ ਯੂਨਿਟ ਹੈ ਯਾਨੀ ਕਿ ਇੱਕ ਮੂਲ ਇਕਾਈ ਹੈ। ਉਸ ਤੋਂ ਬਾਅਦ ਬੇਟਾ ਇੱਕ ਹੋਰ ਵਿਗਿਆਨੀ ਆਏ ਜਿਨ੍ਹਾਂ ਦਾ ਨਾਮ ਹੈ ਰੂਡੋਲਫ ਵਿਰਚੋ, ਜਿਨ੍ਹਾਂ ਨੇ ਕਿਹਾ ਸੀ ਕਿ ਬਈ ਸਾਰੇ ਦੇ ਸਾਰੇ ਸੈੱਲ ਪਹਿਲਾਂ ਹੋਂਦ ਵਿੱਚ ਆਏ ਸੈੱਲਾਂ ਤੋਂ ਬਣਦੇ ਹਨ। ਓਮਨਿਸ ਸੈਲੂਲਾ ਈ ਸੈਲੂਲਾ ਯਾਨੀ ਕਿ all the new cells arise from pre-existing cells। ਤੇ ਬੇਟਾ ਨੈਕਸਟ ਪੁਆਇੰਟ ਜੋ ਹੈ ਉਹ ਲਿਖਿਆ ਇੱਥੇ ਕਿ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਯਾਨੀ ਕਿ ਸਾਡੇ ਜਿਹੜੇ ਮਾਂ-ਬਾਪ ਨੇ ਉਹ ਇੱਕ ਪੀੜ੍ਹੀ ਹੋਈ ਤੇ ਜਿਹੜੀ ਅਸੀਂ ਉਹਨਾਂ ਦੇ ਸੰਤਾਨ ਹਾਂ ਉਹ ਕੀ ਬਣ ਗਈ, ਅਗਲੀ ਪੀੜ੍ਹੀ। ਤੋਂ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਤੱਕ ਜਿਹੜੇ ਗੁਣ ਨੇ ਉਹ ਕ੍ਰੋਮੋਜ਼ੋਮਾਂ ਰਾਹੀਂ, ਕ੍ਰੋਮੋਜ਼ੋਮ ਯਾਨੀ ਕਿ ਗੁਣ ਸੂਤਰਾਂ ਰਾਹੀਂ ਅੱਗੇ ਜਾ ਰਹੇ ਨੇ, ਯਾਨੀ ਕਿ ਜਿਹੜੇ ਸਾਡੇ ਵਿੱਚ ਕਰੈਕਟਰ, ਸਾਡੇ ਮਾਂ-ਬਾਪ ਦੇ ਕਰੈਕਟਰ ਸਾਡੇ ਵਿੱਚ ਆਏ ਨੇ ਉਹ ਕਿਹਨਾਂ ਰਾਹੀਂ ਆਏ, ਗੁਣ ਸੂਤਰਾਂ ਰਾਹੀਂ। ਹਾਂਜੀ ਬੇਟਾ ਜੋ ਫਸਟ ਟੌਪਿਕ ਹੈ ਉਹ ਹੈ ਸੈੱਲ ਝਿੱਲੀ। ਸੈੱਲ ਜਿਹੜਾ ਹੈ ਉਸ ਦੀ ਸਭ ਤੋਂ ਬਾਹਰੀ ਪਰਤ ਨੂੰ ਸੈੱਲ ਝਿੱਲੀ ਯਾਨੀ ਕਿ ਪਲਾਜ਼ਮਾ ਮੈਂਬਰੇਨ ਕਿਹਾ ਜਾਂਦਾ ਹੈ। ਬੇਟਾ ਇਹ ਮੁਸਾਮਦਾਰ ਹੁੰਦੀ ਹੈ ਜਿਹਦੇ ਕਰਕੇ ਸੈੱਲ ਮੈਂਬਰੇਨ ਦੇ ਵਿੱਚੋਂ ਕੇਵਲ 94 ਪਦਾਰਥ ਯਾਨੀ ਕਿ ਸਿਲੈਕਟਡ ਪਦਾਰਥ ਹੀ ਸੈੱਲ ਦੇ ਅੰਦਰ ਜਾਂ ਬਾਹਰ ਆ ਜਾ ਸਕਦੇ ਨੇ। ਔਰ ਬੇਟਾ ਪਾਣੀ ਅਤੇ ਹੋਰ ਕਈ ਘੋਲ ਯਾਨੀ ਕਿ ਸੋਲਵੈਂਟ ਜਿਹੜੇ ਨੇ ਉਹਨਾਂ ਦੀ ਆਵਾਜਾਈ ਜਿਹੜੀ ਹੁੰਦੀ ਹੈ ਸੈੱਲ ਦੇ ਅੰਦਰ ਜਾਂ ਬਾਹਰ ਉਹ ਪਰਸਰਣ ਕਿਰਿਆ ਰਾਹੀਂ ਹੁੰਦੀ ਹੈ। ਪਰਸਰਣ ਕੀ ਮਤਲਬ ਹੋਇਆ, ਔਸਮੋਸਿਸ। ਬੇਟਾ ਅਸੀਂ ਔਸਮੋਸਿਸ ਦੀ ਡੈਫੀਨੇਸ਼ਨ ਪੜ੍ਹ ਚੁੱਕੇ ਹਾਂ ਕਿ ਜੋ ਪਾਣੀ ਹੈ, ਪਾਣੀ ਦੇ ਅਣੂਆਂ ਦੀ ਗਤੀ ਜਦੋਂ ਝਿੱਲੀ ਵਿੱਚੋਂ ਹੁੰਦੀ ਹੈ ਤਾਂ ਇਸ ਨੂੰ ਪਰਸਰਣ ਕਿਰਿਆ ਕਿਹਾ ਜਾਂਦਾ ਹੈ, ਯਾਨੀ ਕਿ ਮੂਵਮੈਂਟ ਆਫ ਵਾਟਰ ਮੋਲੀਕਿਊਲਸ ਫਰੋਮ ਹਾਇਰ ਕੰਸੈਂਟਰੇਸ਼ਨ ਟੂ ਲੋਅਰ ਕੰਸੈਂਟਰੇਸ਼ਨ ਥਰੂ ਅ ਸੈਮੀ ਪਰਮੀਏਬਲ ਮੈਂਬਰੇਨ ਇਜ਼ ਕਾਲਡ ਔਸਮੋਸਿਸ। ਬੇਟਾ ਹੁਣ ਇਸ ਚੀਜ਼ ਨੂੰ ਪੜ੍ਹਨ ਲਈ, ਐਕਸਪਲੇਨ ਕਰਨ ਲਈ ਅਸੀਂ ਇੱਕ ਐਕਟੀਵਿਟੀ ਪੜ੍ਹਦੇ ਸੀ ਜਿਹਦੇ ਅੰਦਰ 3 ਤਰ੍ਹਾਂ ਦੇ ਘੋਲ ਲਏ ਜਾਂਦੇ ਸੀ, ਹਾਈਪਰਟੋਨਿਕ, ਹਾਈਪੋਟੋਨਿਕ ਅਤੇ ਆਈਸੋਟੋਨਿਕ। ਬੱਚੇ ਸਭ ਤੋਂ ਪਹਿਲੇ ਜੇਕਰ ਅਸੀਂ ਇੱਕ ਸੈੱਲ ਨੂੰ ਗਾੜੇ ਘੋਲ ਵਿੱਚ ਪਾ ਦਈਏ ਯਾਨੀ ਕਿ ਹਾਈਪਰਟੋਨਿਕ ਵਿੱਚ ਪਾ ਦਈਏ, ਗਾੜੇ ਘੋਲ ਦਾ ਮਤਲਬ ਸੀ ਜਿਹਦੇ ਵਿੱਚ ਸੋਲਿਊਟ ਦੀ ਮਾਤਰਾ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ, ਤਾਂ ਕੀ ਹੋਇਆ ਸੀ, ਸੈੱਲ ਦੇ ਅੰਦਰੋਂ ਜਿਹੜੇ ਪਾਣੀ ਦੇ ਅਣੂ ਸੀ
ਉਹ ਬਾਹਰ ਬਹੁਤ ਜ਼ਿਆਦਾ ਬਾਹਰ ਨਿਕਲ ਗਏ, ਯਾਨੀ ਕਿ ਜਿਹੜੇ ਮੈਂ ਸੋਲਿਊਸ਼ਨ 'ਚ ਪਾਇਆ ਸੀ ਉਹਦੇ ਅੰਦਰ ਆ ਗਏ। ਤਾਂ ਆਪਣੇ ਆਪ ਸੋਚੋ, ਜਦੋਂ ਸੈੱਲ ਦੇ ਅੰਦਰੋਂ ਪਾਣੀ ਦੇ ਅਣੂ ਨਿਕਲ ਜਾਣਗੇ ਤਾਂ ਸੈੱਲ ਕੀ ਹੋ ਜਾਏਗਾ ਬੇਟਾ? ਸ਼ਰਿੰਕ ਹੋ ਜਾਂਦਾ ਸੀ। ਦੈਨ ਅਸੀਂ ਪੜ੍ਹਿਆ ਸੀ ਪਤਲਾ ਘੋਲ, ਘੱਟ ਘਣਤਾ ਵਾਲਾ ਘੋਲ, ਜਿਹਨੂੰ ਹਾਈਪੋਟੋਨਿਕ ਸੋਲਿਊਸ਼ਨ ਕਿਹਾ ਜਾਂਦਾ ਸੀ ਬੇਟਾ, ਜਿਹਦੇ ਅੰਦਰ ਸੋਲਿਊਟ ਦੀ ਮਾਤਰਾ ਕੀ ਹੋਵੇ? ਘੱਟ ਹੋਵੇ। ਤੇ ਜਦੋਂ ਇਹੋ ਜਿਹੇ ਸੋਲਿਊਸ਼ਨ ਵਿੱਚ ਅਸੀਂ ਇੱਕ ਸੈੱਲ ਨੂੰ ਰੱਖਾਂਗੇ ਤਾਂ ਕੀ ਹੋਏਗਾ ਬੇਟਾ? ਸੈੱਲ ਦੇ ਅੰਦਰ ਪਾਣੀ ਦੇ ਅਣੂ ਜਾਣਾ ਸ਼ੁਰੂ ਕਰ ਦੇਣਗੇ, ਜਿਹਦੇ ਕਰਕੇ ਸੈੱਲ ਸਵੈਲ ਕਰ ਜਾਏਗਾ, ਮੋਟਾ ਹੋ ਜਾਏਗਾ। ਔਰ ਜੇਕਰ ਅਸੀਂ ਸੈੱਲ ਨੂੰ ਬਰਾਬਰ ਸੰਘਣਤਾ ਵਾਲੇ ਘੋਲ ਯਾਨੀ ਕਿ ਆਈਸੋਟੋਨਿਕ ਸੋਲਿਊਸ਼ਨ, ਆਈਸੋਟੋਨਿਕ ਮਤਲਬ ਸਮਪਰਸਰੀ ਘੋਲ ਦੇ ਵਿੱਚ ਰੱਖ ਦਾਂਗੇ ਤਾਂ ਨਾ ਤਾਂ ਪਾਣੀ ਦੇ ਅਣੂ ਸੈੱਲ ਦੇ ਅੰਦਰ ਜਾਣਗੇ ਤਾਂ ਨਾ ਹੀ ਬਾਹਰ ਆਣਗੇ, ਕਿਉਂਕਿ ਦੋਨਾਂ ਦੀ ਸੈੱਲ ਦੇ ਅੰਦਰ ਅਤੇ ਸੈੱਲ ਦੇ ਬਾਹਰ ਕੋ ਸੰਘਣਤਾ ਕੀ ਹੈ? ਬਿਲਕੁਲ ਸਮਾਨ ਹੈ, ਜਿਹਦੇ ਕਰਕੇ ਕੁੱਲ ਗਤੀ ਕਿਸੇ ਵੀ ਪਾਸੇ ਨਹੀਂ ਹੋਵੇਗੀ ਔਰ ਸੈੱਲ ਦਾ ਸਾਈਜ਼ ਕੀ ਰਹੇਗਾ? ਸੇਮ ਰਹੇਗਾ। ਬੇਟਾ ਅਗਰ ਅਸੀਂ ਪਲਾਂਟ ਸੈੱਲ ਦੀ, ਇਹ ਤਾਂ ਐਨੀਮਲ ਸੈੱਲ ਦੇ ਅੰਦਰ ਹੋਇਆ, ਅਸੀਂ ਪਲਾਜ਼ਮ ਮੈਂਬਰੇਨ ਪੜ੍ਹਦੇ ਹਾਂ, ਪਰ ਤੁਹਾਨੂੰ ਯਾਦ ਹੈ ਕਿ ਅਸੀਂ ਜਦੋਂ ਪਲਾਂਟ ਸੈੱਲ ਦੀ ਬੇਟਾ ਜੀ ਗੱਲ ਕਰਦੇ ਸੀਗੇ ਤਾਂ ਉਹਦੇ ਨਾਲ ਯਾਦ ਕਰੋ, ਅਸੀਂ ਪਲਾਜ਼ਮ ਮੈਂਬਰੇਨ ਦੇ ਬਾਹਰ ਇੱਕ ਹੋਰ ਮੋਟੀ ਜਿਹੀ ਪਰਤ ਬਣਾਉਂਦੇ ਸੀਗੇ, ਜਿਹਨੂੰ ਅਸੀਂ ਸੈੱਲ ਕੰਧ ਜਾਂ ਸੈੱਲ ਭਿੱਤੀ ਜਾਂ ਸੈੱਲ ਵਾਲ ਕਹਿੰਦੇ ਸੀਗੇ। ਸਾਨੂੰ ਪਤਾ ਹੈ ਜਿਹੜੇ ਪੌਦੇ ਨੇ ਇੱਕ ਜਗ੍ਹਾ ਸਥਿਰ ਨੇ, ਉਹਨਾਂ ਨੂੰ ਮਜ਼ਬੂਤੀ ਦੀ ਜ਼ਿਆਦਾ ਲੋੜ ਹੈ, ਪ੍ਰੋਟੈਕਸ਼ਨ ਦੀ ਜ਼ਿਆਦਾ ਲੋੜ ਹੈ, ਜੋ ਕਿ ਉਹਨਾਂ ਨੂੰ ਸੈੱਲ ਕੰਧ ਦੁਆਰਾ ਮਿਲਦੀ ਹੈ ਔਰ ਇਹ ਸੈਲੂਲੋਜ਼ ਦੀ ਬਣੀ ਹੋਈ ਹੁੰਦੀ ਹੈ। ਤੇ ਬੇਟਾ ਇੱਕ ਪੁਆਇੰਟ ਅਸੀਂ ਹੋਰ ਪੜ੍ਹਿਆ ਸੀਗਾ ਇਹਦੇ ਅੰਦਰ, ਪਲਾਜ਼ਮੋਲਾਈਸਿਸ। ਪਲਾਜ਼ਮੋ ਵਰਡ ਸੀਗਾ ਬੇਟਾ ਕਿਤੇ ਤੋਂ ਆਇਆ? ਪ੍ਰੋਟੋਪਲਾਜ਼ਮ ਤੋਂ। ਜਿਹੜਾ ਵੀ ਸੈੱਲ ਦੇ ਅੰਦਰ ਜੈਵਿਕ ਪਦਾਰਥ ਹੁੰਦਾ ਉਸਨੂੰ ਅਸੀਂ ਪ੍ਰੋਟੋਪਲਾਜ਼ਮ ਕਹਿੰਦੇ ਹਾਂ। ਤੇ ਲਾਈਸਿਸ ਮਤਲਬ ਹੁੰਦਾ ਉਹਦਾ ਉਹਦਾ ਟੁੱਟਣਾ, ਸੁੰਗੜਨਾ, ਰਾਈਟ। ਤਾਂ ਇਟ ਮੀਨਸ ਸੈੱਲ ਦੇ ਵਿੱਚ ਜਿਹੜੀ ਆਪਾਂ ਕਹਿ ਰਹੀ ਹਾਂ ਸੈੱਲ ਭਿੱਤੀ ਦੇ ਅੰਦਰਲੇ ਭਾਗ ਨੇ, ਜਦੋਂ ਸਾਰੇ ਸੁੰਗੜ ਜਾਣਗੇ, ਯਾਨੀ ਕਿ ਉਹ ਸਾਰੇ ਦੇ ਸਾਰੇ ਪਲਾਜ਼ਮ ਮੈਂਬਰੇਨ ਨੂੰ ਛੱਡ ਕੇ ਸੁੰਗੜ ਜਾਣਗੇ, ਕਿਉਂਕਿ ਉਹਨਾਂ ਦੇ ਅੰਦਰੋਂ ਜਿੰਨਾ ਪ੍ਰੋਟੋਪਲਾਜ਼ਮ ਆਪਾਂ ਕਹਿ ਰਹੇ ਹਾਂ ਸ਼ਰਿੰਕ ਕਰ ਗਿਆ, ਉਹਨੂੰ ਅਸੀਂ ਕੀ ਨਾਮ ਦਿੱਤਾ? ਪਲਾਜ਼ਮੋਲਾਈਸਿਸ। ਕਿਉਂ ਹੋਇਆ ਸ਼ਰਿੰਕ? ਕਿਉਂਕਿ ਸੈੱਲ ਦੇ ਅੰਦਰ ਜਿਹੜਾ ਪਾਣੀ ਸੀ ਬੇਟਾ ਜੀ ਉਹ ਸਾਰਾ ਬਾਹਰ ਨਿਕਲ ਗਿਆ, ਜਿਹਦੇ ਕਰਕੇ ਕਿਹੜੀ ਪ੍ਰੋਸੈਸ ਹੋ ਗਈ? ਪਲਾਜ਼ਮੋਲਾਈਸਿਸ ਦੀ। ਨੈਕਸਟ ਹੈ ਬੇਟਾ ਕੇਂਦਰਕ ਯਾਨੀ ਕਿ ਨਿਊਕਲੀਅਸ। ਬੇਟਾ ਸੈੱਲ ਦੇ ਕੇਂਦਰੀ ਭਾਗ ਨੂੰ ਕੇਂਦਰਕ ਜਾਂ ਨਿਊਕਲੀਅਸ ਕਿਹਾ ਜਾਂਦਾ ਹੈ। ਬੇਟਾ ਤੁਸੀਂ ਦੇਖ ਰਹੇ ਹੋ ਤੁਹਾਡੀ ਸਕਰੀਨ ਤੇ ਨਿਊਕਲੀਅਸ ਦਾ ਡਾਇਗਰਾਮ ਡਰਾ ਕੀਤਾ ਹੋਇਆ, ਜਿਹਦੇ ਅੰਦਰ ਅਸੀਂ ਦੇਖਦੇ ਹਾਂ ਕਿ ਜਿਹੜਾ ਨਿਊਕਲੀਅਸ ਹੁੰਦਾ ਉਹਦੀ ਡਬਲ ਮੈਂਬਰੇਨ ਹੁੰਦੀ ਹੈ, ਯਾਨੀ ਕਿ ਉਹ 2 ਲੇਅਰਡ ਹੁੰਦਾ, 2 ਵਾਲਸ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਕੀ ਹੁੰਦੇ ਨੇ? ਪੋਰਸ ਹੁੰਦੇ ਨੇ, ਯਾਨੀ ਕਿ ਸਾਰੀ ਦੀ ਸਾਰੀ ਇੰਟੈਕਟ ਨਹੀਂ ਹੁੰਦੀ ਹੈ ਮੈਂਬਰੇਨ, ਇਹਦੇ ਵਿੱਚ ਕੀ ਨੇ? ਨਿਊਕਲੀਅਰ ਪੋਰਸ ਨੇ। ਤਾਂ ਬੇਟਾ ਜਿਹੜਾ ਨਿਊਕਲੀਅਸ ਹੈ ਉਸ ਦੇ ਅੰਦਰ ਕੀ ਹੈ? ਉਹਨੂੰ ਕਾਹਦਾ ਬਣਿਆ? ਨਿਊਕਲੀਅਸ ਦੇ ਅੰਦਰ ਬੇਟਾ ਕ੍ਰੋਮੋਜ਼ੋਮਸ ਹੁੰਦੇ ਆ। ਉਹ ਕ੍ਰੋਮੋਜ਼ੋਮਸ ਡੀਐਨਏ ਤੇ ਪ੍ਰੋਟੀਨ ਦੇ ਬਣੇ ਹੁੰਦੇ ਆ। ਡੀਐਨਏ ਤੁਹਾਨੂੰ ਪਤਾ ਸਾਡਾ ਜੈਨੇਟਿਕ ਮਟੀਰੀਅਲ ਹੈ। ਡੀਐਨਏ ਦੀ ਫੁੱਲ ਫਾਰਮ ਹੁੰਦੀ ਹੈ ਬੇਟਾ ਡੀਆਕਸੀ ਰਾਈਬੋ ਨਿਊਕਲਿਕ ਐਸਿਡ। ਇਹ ਨਿਊਕਲਿਕ ਤੇਜ਼ਾਬ ਹੈ ਇੱਕ। ਬੱਚੇ ਜਿਹੜੇ ਸਾਡੇ ਅੰਦਰ ਆਪਾਂ ਕਹਿੰਦੇ ਹਾਂ ਕਿ ਜਿਹੜੇ ਗੁਣ ਆਉਂਦੇ ਨੇ ਮਾਂ-ਬਾਪ ਦੇ, ਉਹ ਇਸ ਡੀਐਨਏ ਦੁਆਰਾ ਹੀ ਆਉਂਦੇ ਨੇ, ਰਾਈਟ। ਡੀਐਨਏ ਦਾ ਉਹ ਭਾਗ ਜੋ ਇੱਕ ਨਿਸ਼ਚਿਤ ਗੁਣ ਜਾਂ ਕੰਮ ਨੂੰ ਨਿਰਧਾਰਿਤ ਕਰਦਾ ਹੈ ਉਸ ਨੂੰ ਜੀਨ ਕਿਹਾ ਜਾਂਦਾ ਹੈ। ਤੇ ਬੇਟਾ ਜਦੋਂ ਇੱਕ ਸੈੱਲ ਦੀ ਵੰਡ ਨਹੀਂ ਹੋ ਰਹੀ ਹੁੰਦੀ ਤਾਂ ਜਿਹੜਾ ਕ੍ਰੋਮੋਜ਼ੋਮ ਹੁੰਦਾ ਨਾ ਉਹ ਧਾਗਿਆਂ ਵਰਗੀਆਂ ਰਚਨਾ ਦੇ ਰੂਪ ਵਿੱਚ ਹੁੰਦੇ ਆ, ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਆ? ਕ੍ਰੋਮੈਟਿਨ ਪਦਾਰਥ ਕਹਿ ਦਿੰਦੇ ਆ, ਰਾਈਟ। ਔਰ ਜਿਨ੍ਹਾਂ ਸੈੱਲਾਂ ਵਿੱਚ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਕਿ ਜਿਨ੍ਹਾਂ ਸੈੱਲਾਂ ਵਿੱਚ ਕੇਂਦਰਕ ਜਿਹੜਾ ਹੈ ਉਹ ਝਿੱਲੀ ਨਾਲ ਘਿਰਿਆ ਹੋਇਆ ਹੁੰਦਾ ਹੈ, ਉਹਨਾਂ ਨੂੰ ਅਸੀਂ ਕਿਹੜੇ ਸੈੱਲ ਕਹਿੰਦੇ ਆ? ਯੂਕੈਰੀਓਟਿਕ ਸੈੱਲ। ਜਿਵੇਂ ਕਿ ਆਪਾਂ ਪੜ੍ਹਿਆ ਐਨੀਮਲ ਸੈੱਲ, ਪਲਾਂਟ ਸੈੱਲ, ਉਹਨਾਂ ਦੇ ਨਿਊਕਲੀਅਸ ਦੇ ਬਾਹਰ ਪ੍ਰੋਪਰ ਨਿਊਕਲੀਅਰ ਮੈਂਬਰੇਨ ਹੁੰਦੀ ਹੈ। ਤਾਂ ਜਿਨ੍ਹਾਂ ਕੇਂਦਰਕ ਦੇ ਬਾਹਰ ਪ੍ਰੋਪਰ ਨਿਊਕਲੀਅਰ ਮੈਂਬਰੇਨ ਯਾਨੀ ਕਿ ਕੇਂਦਰਕ ਝਿੱਲੀ ਨਹੀਂ ਹੁੰਦੀ, ਉਹਨੂੰ ਅਸੀਂ ਪ੍ਰੋਕੈਰੀਓਟਿਕ ਸੈੱਲ ਕਹਿੰਦੇ ਆ, ਕਿਉਂਕਿ ਉਹਨਾਂ ਦੇ ਅੰਦਰ ਜਿਹੜਾ ਵਿੱਚ ਆਪਾਂ ਕਹਿੰਦੇ ਆ ਕ੍ਰੋਮੋਜ਼ੋਮਸ ਹੁੰਦੇ, ਜਿਹੜੇ ਗੁਣ ਸੂਤਰ ਹੁੰਦੇ ਆ, ਉਹ ਇਸ ਤਰ੍ਹਾਂ ਹੀ ਸੈੱਲ ਦਰਵ ਦੇ ਅੰਦਰ ਪਏ ਹੁੰਦੇ ਆ। ਤੇ ਉਸ ਪਦਾਰਥ ਨੂੰ ਅਸੀਂ ਨਿਊਕਲੀਅਸ ਨਾ ਕਹਿ ਕੇ ਕੀ ਕਹਿੰਦੇ ਆ ਬੇਟਾ? ਨਿਊਕਲੀਓਇਡ। ਹਾਂਜੀ ਬੇਟਾ ਜੀ ਨੈਕਸਟ ਹੈ ਸੈੱਲ ਦਰਵ ਯਾਨੀ ਕਿ ਸਾਈਟੋਪਲਾਜ਼ਮ। ਬੇਟਾ ਤੁਹਾਨੂੰ ਯਾਦ ਹੋਏਗਾ ਅਸੀਂ 9th ਕਲਾਸ 'ਚ ਇੱਕ ਐਕਟੀਵਿਟੀ ਕਰਦੇ ਸੀ, ਜਦੋਂ ਅਸੀਂ ਪਿਆਜ਼ ਦੀ ਝਿੱਲੀ ਉਤਾਰ ਕੇ, ਅਨੀਅਨ ਦੀ ਪੀਲ ਕੱਢ ਕੇ ਅਸੀਂ ਕੀ ਕਰਦੇ ਸੀ ਬੇਟਾ? ਉਹਨੂੰ ਸਟੇਨ ਕਰਦੇ ਸੀ। ਸਟੇਨ ਕਰਨ ਤੋਂ ਬਾਅਦ ਜਦੋਂ ਅਸੀਂ ਮਾਈਕਰੋਸਕੋਪ 'ਚ ਦੇਖਦੇ ਸੀ ਤਾਂ ਉਹਦੇ ਅੰਦਰ ਸਾਨੂੰ ਪ੍ਰੋਪਰ ਸੈੱਲਸ ਦਿਖਦੇ ਸੀ, ਜਿਹਦੇ ਸੈਂਟਰ 'ਚ ਤਾਂ ਬੜਾ ਇੱਕ ਡਾਰਕ ਜਿਹਾ ਡਾਟ ਹੁੰਦਾ ਸੀ, ਜਿਹਨੂੰ ਅਸੀਂ ਕਹਿੰਦੇ ਸੀ ਕਿ ਇਹ ਨਿਊਕਲੀਅਸ ਹੈ। ਔਰ ਜਿਹੜਾ ਉਹਦਾ ਆਲਾ ਦੁਆਲਾ ਹੁੰਦਾ ਸੀ ਉਹ ਬੜਾ ਲਾਈਟਲੀ ਸਟੇਨਡ ਹੁੰਦਾ ਸੀ, ਯਾਨੀ ਕਿ ਜ਼ਿਆਦਾ ਕਲਰ ਨਹੀਂ ਉਹਦੇ 'ਤੇ ਚੜ੍ਹਦਾ ਸੀ, ਜਿਹਨੂੰ ਅਸੀਂ ਕਹਿੰਦੇ ਸੀ ਕਿ ਇਹ ਸਾਰਾ ਦਾ ਸਾਰਾ ਕੀ ਹੈ ਬੇਟਾ? ਸੈੱਲ ਦਰਵ ਜਾਂ ਸਾਈਟੋਪਲਾਜ਼ਮ ਹੈ। ਯਾਨੀ ਕਿ ਇਹ ਇੱਕ ਤਰਲ ਪਦਾਰਥ ਹੈ ਜਿਸ ਵਿੱਚ ਬਹੁਤ ਸਾਰੇ ਨਿੱਕੜੇ ਅੰਗ ਤੈਰਦੇ ਨੇ, ਰਾਈਟ ਬੇਟਾ। ਔਰ ਇਹ
ਆਪਾਂ ਦੇਖ ਰਹੇ ਹਾਂ ਕਿ ਜਿਹੜਾ ਸੈਲ ਦਰਵ ਹੈ ਜਿਹਦੇ ਅੰਦਰ ਇਹ ਨਿਕੜੇ ਦਰਵ ਤੈਰ ਰਹੇ ਨੇ, ਇਹ ਬੜਾ ਖਾਸ ਤਰ੍ਹਾਂ ਦਾ ਕੰਮ ਕਰਦਾ ਹੈ। ਜਿੰਨੇ ਵੀ ਸੈੱਲ ਦੇ ਅੰਦਰ ਅਸੀਂ ਕਹਿੰਦੇ ਹਾਂ ਫੰਕਸ਼ਨਸ ਹੁੰਦੇ, ਜਿੰਨੀਆਂ ਵੀ ਰਿਐਕਸ਼ਨਸ ਹੋਣੀਆਂ ਹੁੰਦੀਆਂ, ਉਹ ਇਹਦੇ ਅੰਦਰ ਚੱਲ ਰਹੀਆਂ ਹੁੰਦੀਆਂ। ਹੁਣ ਬੇਟਾ ਯਾਨੀ ਕਿ ਅਸੀਂ ਦੋ ਚੀਜ਼ਾਂ ਪੜ੍ਹ ਰਹੀਆਂ ਇੱਕ ਸੈੱਲ ਦੇ ਅੰਦਰ, ਇੱਕ ਅਸੀਂ ਪੜ੍ਹਿਆ ਸੈੱਲ ਦਰਵ ਤੇ ਦੂਸਰਾ ਅਸੀਂ ਪੜ੍ਹਿਆ ਕੇਂਦਰਕ। ਅਸੀਂ ਹੁਣੇ ਪੜ੍ਹ ਕੇ ਆਏ ਹਾਂ ਕੇਂਦਰਕ, ਜੋ ਕਿ ਸੈਂਟਰ 'ਚ ਪ੍ਰੈਜ਼ੈਂਟ ਸੀ, ਜਿਹਨੂੰ ਮੈਂ ਦੱਸਿਆ ਕਿ ਡਾਰਕਲੀ ਸਟੇਨ ਹੁੰਦਾ ਹੈ। ਇਹ ਪੂਰੇ ਦੇ ਪੂਰੇ ਸੈੱਲ ਦਾ ਕੀ ਹੈ, ਦਿਮਾਗ ਹੈ ਕੇਂਦਰਕ। यानी कि सैल द्रव प्लस केंद्रक दोनों नू मिला के की किया जाता है बेटा, जीव द्रव यानी कि प्रोटोप्लाज्म किया जाता है। राइट बच्चे, तो हुण आपां यह देखना है, ਇਹਦੇ बेसिस ਤੇ ਅਸੀਂ ਪੜਿਆ ਕਿ ਸਾਈਟੋਪਲਾਜ਼ਮ ਦੇ ਅੰਦਰ ਕੀ ਹੈ, ਨਿਕੜੇ ਅੰਗ ਨੇ। ਅਸੀਂ ਦੋ ਤਰ੍ਹਾਂ ਦੇ ਸੈੱਲ ਬੇਟਾ ਪੜ੍ਹ ਚੁੱਕੇ ਆ, ਤੁਹਾਨੂੰ ਪਤਾ ਹੋਏਗਾ ਪ੍ਰੋਕੈਰੀਓਟਿਕ ਸੈੱਲ ਤੇ ਯੂਕੈਰੀਓਟਿਕ ਸੈੱਲ, ਹੈ ਨਾ। ਪ੍ਰੋਕੈਰੀਓਟਿਕ ਸੈੱਲ ਦੇ ਅੰਦਰ ਆਪਾਂ ਪੜ੍ਹਦੇ ਆ ਨਿਕੜੇ ਅੰਗ ਜਿਹੜੇ ਹੁੰਦੇ ਉਹ ਮੌਜੂਦ ਨਹੀਂ ਹੁੰਦੇ, ਕਿਉਂਕਿ ਉਹਨਾਂ ਦੇ ਬਾਹਰ ਕੀ ਹੈ, परत है, एक मैम्ब्रेन है। तो प्रोकैरियोट्स के अंदर तो मैम्ब्रेन बाउंड ऑर्गेनेलिज होंगे ही नहीं, राइट। और अगर असी गल करिए यूकैरियोट्स की, तो उन्होंने साइटोप्लाज्म के अंदर ये सारे दे सारे निकड़े अंग यानी कि सैल ऑर्गेनेलिज मौजूद होंगे ने। बेटा नैक्सट तुसी अपनी स्क्रीन पर देख रहे हो जो एक डायग्राम, वो अंदर कुछ लेबलिंग्स की हुई, ध्यान नाल देखो, माइटोकॉन्ड्रिया, लाइसोसोम्स, एंडोप्लाज्मिक रेटिकुलम, राइबोसोम्स, गोल्जी बॉडी, वैक्यूल। बेटा ये सारे दे सारिਆਂ ਨੂੰ ਕੀ ਕਿਹਾ ਜਾਂਦਾ है, सैल ਦੇ ਨਿਕੜੇ अंग यानी कि सैल ऑर्गेनेलिज, जिन्हां दी हुण असीं डिटेल्ड स्टडी करांगे। हाँ जी बेटा जी, तो सब तो पहला जिहड़ा असीं निकड़ा अंग पढ़न जा रहे हैं वो है एंडोप्लाज्मी जाल यानी कि एंडोप्लाज्मिक रेटिकुलम। बेटा ये जाल झिल्ली द्वारा घिरिया होया हुंदा है, ठीक है। और आपां देखदे हां कि ये नलियां जां गोल थैलियां वर्गियां रचनावां दा बनिया हुंदा है, राइट। ए प्रॉपर सैल द्रव यानी कि साइटोप्लाज्म के अंदर प्रेजेंट होंगे। जो तुम एक सैल का स्ट्रक्चर बनाते हो तो बेटा तुम इन्हू प्लाज्मा मैम्ब्रेन तो ड्रॉ करना शुरू कर दो तो न्यूक्लीयर मैम्ब्रेन तक ड्रॉ कर दो, यानी कि वो आले दुआले भी उन्होंने ज्वाइन कर दो। हुण बच्चे ये दो तरह का होंगे, सानू पता है कई एंडोप्लाज्मी जाल इदा के होंगे जिन्हों के उपर छोटे छोटे तुम देख सकते हो, तुहाडे पिक्चर में भी ब्लू कलर का जो दिख रहा है वो उपर छोटे छोटे ऑरेंज कलर के डॉट ने जो कि राइबोसोम्स नू रिप्रजेंट कर रहे हैं। यानी कि जेड़े जाल के उपर राइबोसोम जुड़े होंगे ने उन्होंने खुरदरा एंडोप्लाज्मी जाल या रफ एंडोप्लाज्मिक रेटिकुलम कहा जाता है। तो जदों नैक्सट ग्रीन कलर का देखो, जिन्हों के उत्ते राइबोसोम प्रेजेंट नहीं होंगे उन्होंने पदरा एंडोप्लाज्मी जाल या समूथ एंडोप्लाज्मिक रेटिकुलम कहा जाता है। बेटा हुण इहदा एक बड़ा ही इंपॉर्टेंट रोल जो आता है वो आता है मैम्ब्रेन बायोजेनेसिस। मैम्ब्रेन यानी कि झिल्ली, बायोजेनेसिस मतलब बनना, जनन, झिल्ली दे जनन विच आंदा है। तुहानूं पता होएगा बेटा, तुसीं पढ़ चुके हो कि जिहड़ी समूथ एंडोप्लाज्मिक रेटिकुलम है ना वो चर्बी जां लिपिड दे अणु बनाती है। और तुहानूं पता है कि जिहड़ी है प्रोटीन है या चर्बी है ये प्लाज्मा मैम्ब्रेन बनाने विच सहायता करती है, जिस करके कहा जाता है कि यह झिल्ली जनन करते हैं, मैम्ब्रेन नू सिंथेसाइज करते हैं, बनाते हैं। और तुहानूं पता है कि रफ एंडोप्लाज्मिक रेटिकुलम जिहदे उत्ते कि राइबोसोम्स लगे होंदे ने, ये जिहड़े राइबोसोम्स ने की करनगे बेटा, प्रोटीन सिंथेसाइज करनगे। और इहदा की काम होएगा, एक आपां देख रहे हैं कि सैल दे अंदर एक पार्ट तो दूसरे पार्ट विच जिथे इन्हां दी जरूरत है प्रोटीन्स दी, इन्हां ने उत्थे पहुँचाना, यानी कि ढोआ ढाई का काम भी कर रही ने। नैक्सट बेटा बहुत ही इंपॉर्टेंट निकड़ा अंग है जिन्हों कहा जाता है राइबोसोम, या इसका एक होर नाम है, इन्हू कहते प्रोटीन फैक्टरी। तो नाम तो ही पता चल गया बेटा कि जेडे राइबोसोम्स ने यह साडे सैल्स दे अंदर बहुत जरूरी प्रोटीना का निर्माण करते हैं। बेटा जी ये दो तरह के होंगे ने, 70S ਅਤੇ 80S। ये तुहानूं बेटा हायर क्लासिस में जाके पता चलेगा कि 70 और 80 किस तरह बनया। तुसीं देख रहे हो तुहाडे सामने एक पिक्चर है जिहदे अंदर दस्सिया गया कि जिहड़ा राइबोसोम है वो दो भागों का मिलकर बनया हुंदा है, एक वड्डा सब यूनिट है और एक छोटा सब यूनिट है, दोनों मिलके एक राइबोसोम का निर्माण करते हैं। और जिहड़े असीं दो तरह के राइबोसोम पढ़े 70S ते 80S, तुसीं जदों अंतर लिखदे हो प्रोकैरियोट्स ते यूकैरियोट्स विच, उहदे विच तुसीं लिखदे हो कि प्रोकैरियोट्स विच 70S राइबोसोम प्रेजेंट होंदा है और यूकैरियोट्स विच 80S राइबोसोम प्रेजेंट होंदा है। एक बहुत इंपॉर्टेंट डिफरेंस है दोनों के विचकार। हाँ जी बेटा नेक्स्ट है गोल्जी काया यानी कि गोल्जी अपरेटस। बेटा जो गोल्जी अपरेटस है इसकी सब तो पहला डिस्कवरी जो सी वो कैमिलो गोल्जी ने की सी। बच्चे ये झिल्ली नाल घिरिया थैलियां वर्गियां रचनावां हन,
ਰਾਈਟ, ਸਾਰੀਆਂ ਝਿੱਲੀ ਨਾਲ ਘਿਰੀਆਂ ਹੋਈਆਂ ਦੇਖੋ। ਔਰ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜੀਆਂ ਥੈਲੀਆਂ ਨੇ ਕਿਸ ਤਰ੍ਹਾਂ ਇੱਕ ਦੂਸਰੇ ਦੇ ਉੱਪਰ ਅਰੇਂਜ ਨੇ, ਹੈ ਨਾ, ਯਾਨੀ ਕਿ ਸਮਾਨਾਂਤਰ ਰੂਪ ਵਿੱਚ ਪਈਆਂ ਹੋਈਆਂ ਨੇ। ਤਾਂ ਇਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਸਿਸਟਰਨੀ। ਇਹ ਆਮ ਤੌਰ 'ਤੇ ਐਂਡੋਪਲਾਜ਼ਮੀ ਜਾਲ ਦੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਨੇ। ਔਰ ਇਹ ਗੁੰਝਲਦਾਰ ਸੈੱਲ ਤੰਤਰ ਯਾਨੀ ਕਿ ਕੰਪਲੈਕਸ ਸੈਲੂਲਰ ਮੈਂਬਰੇਨ ਸਿਸਟਮ ਦਾ ਨਿਰਮਾਣ ਵੀ ਕਰਦੀਆਂ ਨੇ। ਤਾਂ ਬੇਟਾ ਹੁਣ ਇਹਦਾ ਕੰਮ ਕੀ ਹੈ? ਇਹ ਐਂਡੋਪਲਾਜ਼ਮੀ ਜਾਲ ਦੁਆਰਾ ਬਣਾਏ ਜਿੰਨੇ ਵੀ ਸਾਨੂੰ ਪਤਾ ਪੜ੍ਹ ਕੇ ਐਂਡੋਪਲਾਜ਼ਮਿਕ ਰੈਟੀਕੂਲਮ ਜਿੰਨੇ ਵੀ ਪਦਾਰਥ ਬਣਾਉਂਦੀ ਹੈ ਉਹਨਾਂ ਨੂੰ ਸੰਗ੍ਰਹਿਤ ਕਰਦੀ ਹੈ। ਸੰਗ੍ਰਹਿਤ ਯਾਨੀ ਕਿ ਮੇਨ ਕੰਮ ਕੀ ਹੋ ਗਿਆ ਕਿ ਜੋ ਵੀ ਸੈੱਲ ਦੇ ਅੰਦਰ ਬਣਿਆ ਉਹਨੂੰ ਸੰਗ੍ਰਹਿਤ ਕਰਕੇ ਆਪਣੇ ਅਲੱਗ-ਅਲੱਗ ਸੈੱਲ ਦੇ ਅੰਦਰ ਜਾਂ ਸੈੱਲ ਦੇ ਬਾਹਰ ਜੋ ਵੀ ਇੱਥੇ ਜਿੱਥੇ ਦੀ ਜ਼ਰੂਰਤ ਹੈ ਉਹਨਾਂ ਠਿਕਾਣਿਆਂ 'ਤੇ ਪਹੁੰਚਾਉਣਾ, ਯਾਨੀ ਕਿ ਪਦਾਰਥਾਂ ਨੂੰ ਜਮ੍ਹਾਂ ਕਰਨਾ, ਰੂਪਾਂਤਰ ਕਰਨਾ ਅਤੇ ਥੈਲੀਆਂ 'ਚ ਬੰਦ ਕਰਕੇ ਯਾਨੀ ਕਿ ਉਹਨਾਂ ਦੀ ਪੈਕਿੰਗ ਕਰਕੇ ਭੇਜਣਾ ਜਿੱਥੇ ਇਹਨਾਂ ਦੀ ਜ਼ਰੂਰਤ ਹੈ। ਪਲੱਸ ਇਹ ਇੱਕ ਹੋਰ ਨਿੱਕੜਾ ਅੰਗ ਬਣਾਉਣ 'ਚ ਵੀ ਮਦਦ ਕਰਦੀ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਲਾਈਸੋਜ਼ੋਮ। ਹਾਂਜੀ ਬੇਟਾ, ਤਾਂ ਦੇਖੀਏ ਇਹ ਹੈ ਲਾਈਸੋਜ਼ੋਮ, ਯਾਨੀ ਕਿ ਇਹ ਸੈੱਲ ਵਿੱਚ ਦਾਖਲ ਹੋਏ ਹਾਨੀਕਾਰਕ ਪਦਾਰਥਾਂ ਨੂੰ ਹਜ਼ਮ ਕਰਦਾ ਹੈ। ਇਟ ਮੀਨਸ ਇਹ ਸੈੱਲ ਦਾ ਇੱਕ ਮਲ ਤਿਆਗ ਤੰਤਰ ਹੈ। ਇਹ ਕੰਮ ਜੋ ਇਹ ਕਰ ਰਿਹਾ, ਹਜ਼ਮ ਕਰਨ ਦਾ ਕੰਮ ਕਰ ਰਿਹਾ, ਇਹਦੇ ਵਾਸਤੇ ਇਹਦੇ ਅੰਦਰ ਸ਼ਕਤੀਸ਼ਾਲੀ ਇੰਜ਼ਾਈਮ ਹੁੰਦੇ ਨੇ। ਔਰ ਇਹ ਜਿਹੜੇ ਇੰਜ਼ਾਈਮ ਨੇ ਇਹ ਸਾਰੇ ਰਫ ਐਂਡੋਪਲਾਜ਼ਮਿਕ ਜਾਲ ਦੇ ਵਿੱਚ ਬਣਦੇ ਨੇ, ਯਾਨੀ ਕਿ ਖੁਰਦਰੇ ਐਂਡੋਪਲਾਜ਼ਮੀ ਜਾਲ ਦੇ ਅੰਦਰ। ਬੇਟਾ ਸੈੱਲ ਦੀਆਂ ਜਿੰਨੀਆਂ ਵੀ ਜੈਵਿਕ ਕਿਰਿਆਵਾਂ ਨੇ ਯਾਨੀ ਕਿ ਜੋ ਵੀ ਸੈੱਲ ਦੇ ਅੰਦਰ ਮੈਟਾਬੋਲਿਜ਼ਮ ਚੱਲ ਰਿਹਾ ਹੈ ਉਹਦੇ ਅੰਦਰ ਰੁਕਾਵਟ ਪੈਣ ਕਾਰਨ ਸੈੱਲ ਦੀ ਜਿਹੜੀ ਟੁੱਟ ਭੱਜ ਹੋ ਜਾਂਦੀ ਹੈ ਤਾਂ ਲਾਈਸੋਜ਼ੋਮ ਕੀ ਕਰਦੇ ਆ? ਫਟ ਜਾਂਦੇ ਆ। ਉਹਨਾਂ ਦੇ ਜਿਹੜੇ ਇੰਜ਼ਾਈਮ ਹੁੰਦੇ ਆ ਉਹ ਕੀ ਕਰਦੇ ਆ? ਆਪਣੀ ਸੈੱਲ ਨੂੰ ਹਜਮ ਕਰ ਜਾਂਦੇ ਆ, ਜਿਸ ਕਰਕੇ ਲਾਈਸੋਜ਼ੋਮ ਨੂੰ ਸੈੱਲ ਦੀ ਆਤਮਘਾਤੀ ਪੋਟਲੀ ਯਾਨੀ ਕਿ ਸੁਸਾਈਡਲ ਬੈਗਸ ਵੀ ਕਿਹਾ ਜਾਂਦਾ ਹੈ। ਹਾਂਜੀ ਬੇਟਾ, ਨੈਕਸਟ ਬੜਾ ਹੀ ਜ਼ਿਆਦਾ ਇੰਪੋਰਟੈਂਟ ਸੈੱਲ ਆਰਗੇਨੈਲੀ ਅਸੀਂ ਪੜ੍ਹਨ ਜਾ ਰਹੇ ਹਾਂ ਜੋ ਕਿ ਹੈ ਮਾਈਟੋਕੌਂਡਰੀਆ। ਬੇਟਾ ਇਹ ਜਿਹੜਾ ਮਾਈਟੋਕੌਂਡਰੀਆ ਹੈ ਇਸ ਨੂੰ ਸੈੱਲ ਦਾ ਸ਼ਕਤੀ ਘਰ ਯਾਨੀ ਕਿ ਪਾਵਰ ਹਾਊਸ ਵੀ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਬੇਟਾ ਇਹ ਜਿਹੜੇ ਸਾਡੇ ਸੈੱਲ ਵਿੱਚ ਭੋਜਨ ਹੁੰਦਾ ਹੈ ਉਸ ਨੂੰ ਆਪਾਂ ਦੇਖਣਾ ਹੈ ਕਿਸ ਤਰ੍ਹਾਂ ਤੋੜ ਕੇ ਊਰਜਾ ਵਿੱਚ ਬਦਲ ਦੇਗਾ, ਯਾਨੀ ਕਿ ਇੱਥੇ ATP ਦੀ ਪ੍ਰੋਡਕਸ਼ਨ ਹੋਣੀ ਹੈ। ATP ਦਾ ਮਤਲਬ ਹੁੰਦਾ ਬੇਟਾ ਐਡੀਨੋਸੀਨ ਟ੍ਰਾਈਫਾਸਫੇਟ। ਇਹ ਸਾਡੇ ਸਰੀਰ ਦੀ એનર્ਜੀ ਕਰੰਸੀ ਹੈ, ਠੀਕ ਹੈ। ਤਾਂ ਬੇਟਾ ਇਹਦੇ 'ਚ ਆਪਾਂ ਤੁਸੀਂ ਇਹਦਾ ਸਟਰਕਚਰ ਧਿਆਨ ਨਾਲ ਦੇਖੋ। ਇੱਕ ਇਹੋ ਜਿਹਾ ਨਿੱਕੜਾ ਅੰਗ ਹੈ ਜਿਸ ਦੀ ਇੱਕ ਨਾ ਹੋ ਕੇ ਬਲਕਿ ਦੋ ਝਿੱਲੀਆਂ ਹੁੰਦੀਆਂ, ਯਾਨੀ ਕਿ ਦੋ ਝਿੱਲੀਆਂ ਨਾਲ ਢੱਕਿਆ ਹੋਇਆ ਡਬਲ ਮੈਂਬਰੇਨ ਹੈ। ਤੁਹਾਨੂੰ ਇੱਕ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਉਸ ਸੈੱਲ ਆਰਗੇਨੈਲੀ ਦਾ ਨਾਂ ਦੱਸੋ ਜਿਹਦੀ ਡਬਲ ਮੈਂਬਰੇਨ ਹੋਏ, ਠੀਕ ਹੈ। ਇਹ ਪਹਿਲਾ ਹੈ। ਦੂਸਰਾ ਅਸੀਂ ਇੱਕ ਹੋਰ ਪੜਾਂਗੇ, ਯਾਨੀ ਕਿ ਪਹਿਲਾ ਕਿਹੜਾ ਹੋ ਗਿਆ? ਮਾਈਟੋਕੌਂਡਰੀਆ। ਤੁਸੀਂ ਦੇਖ ਰਹੇ ਹੋ ਜਿਹੜੀ ਇਹਦੀ ਬਾਹਰਲੀ ਆਊਟਰ ਮੈਂਬਰੇਨ ਹੈ ਉਹ ਤਾਂ ਮੁਸਾਮਦਾਰ ਹੈ, ਪਰ ਜਿਹੜੀ ਅੰਦਰਲੀ ਝਿੱਲੀ ਹੈ ਜਿਹੜੀ ਅੰਦਰਲੀ ਹੈ ਉਹ ਬਹੁਤ ਹੀ ਜ਼ਿਆਦਾ ਵਲੇਵੇਦਾਰ ਹੈ। ਤਾਂ ਦੇਖੋ ਇਹ ਵਲੇਵੇਦਾਰ ਹੋਣ ਕਰਕੇ ਕੀ ਕਰੇਗੀ? ਇਹਦਾ ਖੇਤਰਫਲ ਵੱਧ ਜਾਏਗਾ ਜਿਹਦੇ ਕਰਕੇ ਊਰਜਾ ਕੀ ਹੈ? ਜ਼ਿਆਦਾ ਪੈਦਾ ਹੋਏਗੀ। ਤਾਂ ਬੇਟਾ ਹੁਣ ਆਪਾਂ ਇੱਕ ਬੜੀ ਇੰਟਰਸਟਿੰਗ ਚੀਜ਼ ਪੜ੍ਹਨ ਜਾ ਰਹੇ ਹਾਂ ਮਾਈਟੋਕੌਂਡਰੀਆ ਬਾਰੇ। ਇੱਕ ਤਾਂ ਇਹ ਸੀ ਕਿ ਇਹ ਡਬਲ ਮੈਂਬਰੇਨ ਹੈ, ਦੂਸਰੀ ਇਹ ਹੈ ਕਿ ਇਹਦੇ ਅੰਦਰ ਆਪਣਾ ਪਰਸਨਲੀ DNA ਤੇ ਰਾਈਬੋਜ਼ੋਮਸ ਹੁੰਦੇ ਹੈ। ਤਾਂ ਦੇਖੋ ਇਹਦੇ ਕੋਲ ਆਪਣੇ ਰਾਈਬੋਜ਼ੋਮਸ ਹੈ, ਇਹਦੇ ਕਰਕੇ ਇਹ ਆਪਣੇ ਲੋੜ ਦੀਆਂ ਪ੍ਰੋਟੀਨਸ ਨੂੰ ਆਪੇ ਬਣਾ ਲੇਗਾ, ਆਪੇ ਸਿੰਥੇਸਾਈਜ਼ ਕਰ ਲੇਗਾ, ਰਾਈਟ। ਤਾਂ ਇਟ ਮੀਨਸ ਇਹਦੇ ਕੋਲ ਆਪਣਾ, ਵੈਸੇ ਤਾਂ ਆਪਾਂ ਪੜ੍ਹਿਆ DNA ਨਿਊਕਲੀਅਸ ਦੇ ਅੰਦਰ ਹੁੰਦਾ ਹੈ ਨਾ, ਜਿਹਦੇ ਕ੍ਰੋਮੋਜ਼ੋਮਸ DNA ਤੇ ਆਪਾਂ ਪੜ੍ਹਿਆ ਸੀ ਪ੍ਰੋਟੀਨਸ ਦੇ ਬਣੇ ਹੁੰਦੇ ਆ। ਪਰ ਆਪਾਂ ਦੇਖ ਰਹੇ ਹਾਂ ਕਿ ਕੁਝ DNA ਦੇ ਸੈਗਮੈਂਟਸ ਕਿਹਦੇ ਅੰਦਰ? ਮਾਈਟੋਕੌਂਡਰੀਆ ਦੇ ਅੰਦਰ ਵੀ ਪ੍ਰੈਜ਼ੈਂਟ ਨੇ। ਹਾਂਜੀ ਬੇਟਾ, ਨੈਕਸਟ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਸੈੱਲ ਆਰਗੇਨੈਲੀ ਹੈ ਜਿਹਦਾ ਨਾਮ ਹੈ ਪਲਾਸਟਿਡਸ। ਬੇਟਾ ਇੱਕ ਇਸ ਤਰ੍ਹਾਂ ਦਾ ਸੈੱਲ ਆਰਗੇਨੈਲੀ ਹੈ ਜਿਹੜਾ ਕਿ ਸਿਰਫ ਪਲਾਂਟ ਸੈੱਲ ਵਿੱਚ ਮਿਲਦਾ ਹੈ, ਠੀਕ ਹੈ। ਹੁਣ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਇਹ ਪਲਾਸਟਿਡਸ ਨੇ ਇਹ ਦੋ ਪ੍ਰਕਾਰ ਦੇ ਹੁੰਦੇ ਹਨ। ਅਗਰ ਤਾਂ ਇਹ ਕਲਰਫੁਲ ਹੈ, ਰੰਗੀਨ ਹੈ, ਤਾਂ ਇਹਨੂੰ ਕ੍ਰੋਮੋਪਲਾਸਟ ਕਿਹਾ ਜਾਂਦਾ ਹੈ, ਰਾਈਟ। ਔਰ ਅਗਰ ਇਹ ਸਫੇਦ ਹੈ, ਰੰਗਹੀਨ ਹੈ, ਤਾਂ ਇਸ ਨੂੰ ਲਿਊਕੋਪਲਾਸਟ ਕਿਹਾ ਜਾਂਦਾ ਹੈ। ਕਲੀਅਰ ਬੱਚੇ? ਹੁਣ ਬੇਟਾ ਅਗਰ ਮੈਂ ਗੱਲ ਕਰਾਂ ਕ੍ਰੋਮੋਪਲਾਸਟ ਦੀ, ਅਗਰ ਇਹਦੇ ਵਿੱਚ ਹਰਾ ਰੰਗ ਹੈ ਤਾਂ ਆਪਾਂ ਇਹਨੂੰ ਕੀ ਨਾਮ ਦੇਵਾਂਗੇ? ਯਾਨੀ ਕਿ ਹਰਾ ਰੰਗ ਯਾਨੀ ਕਿ ਇਹਦੇ 'ਚ ਕਲੋਰੋਫਿਲ ਹੈ ਤਾਂ ਇਸ ਦਾ ਨਾਮ ਕੀ ਬਣ ਜਾਂਦਾ ਹੈ? ਕਲੋਰੋਪਲਾਸਟ। ਗ੍ਰੀਨ ਕਲਰ ਦਾ ਹੈ ਯਾਨੀ ਕਿ ਕਲੋਰੋਫਿਲ ਪ੍ਰੈਜ਼ੈਂਟ ਹੈ ਤਾਂ ਬੇਟਾ ਆਪਾਂ ਇਹ ਕਹਿ ਦਾਂਗੇ ਕਿ ਇਹ ਫੋਟੋਸਿੰਥੇਸਿਸ ਦੇ ਅੰਦਰ ਯਾਨੀ ਕਿ ਪ੍ਰਕਾਸ਼ ਸੰਸਲੇਸ਼ਨ ਦਾ ਸਥਾਨ ਬਣਦਾ ਹੈ। ਤਾਂ ਜਦੋਂ ਪ੍ਰਕਾਸ਼ ਸੰਸਲੇਸ਼ਨ ਕਰੇਗਾ ਤਾਂ ਤੁਹਾਨੂੰ ਪਤਾ ਹੈ ਭੋਜਨ ਬਣੇਗਾ ਪੌਦੇ ਦੇ ਅੰਦਰ, ਔਰ ਕਿਹੜੇ ਫਾਰਮ ਦੇ ਵਿੱਚ? ਜਿਹੜੇ ਪਲਾਂਟਸ ਆਪਣਾ ਫੂਡ ਸਟੋਰ ਕਰਦੇ ਇਨ ਦੀ ਫਾਰਮ ਆਫ ਸਟਾਰਚ, ਯਾਨੀ ਕਿ ਤੁਸੀਂ ਜਦੋਂ ਦਾ ਸਟਰਕਚਰ ਦੇਖੋਗੇ ਤਾਂ ਇਹਦੇ ਅੰਦਰ ਸਟਾਰਚ
ऑयल या फिर प्रोटीन वर्गे पदार्थ देख सकोगे। राइट बेटा। और ਜਿਹੜਾ ਲਿਊਕੋਪਲਾਸਟ ਹੈ ਉਸ ਦਾ ਕੰਮ ਕੀ ਹੁੰਦਾ, ਆਪਣੇ ਅੰਦਰ ਫੂਡ ਨੂੰ ਸਟੋਰ ਕਰਕੇ ਰੱਖਣਾ ਹੋ, ਚਾਹੇ ਪ੍ਰੋਟੀਨ ਨੂੰ ਸਟੋਰ ਕਰਨਾ ਹੋਏ, ਚਾਹੇ ਉਹ ਸਟਾਰਚ ਨੂੰ ਸਟੋਰ ਕਰਨਾ ਹੋਏ। ਕਲੀਅਰ ਬੱਚੇ। ਔਰ ਇੱਕ ਹੋਰ ਬੜਾ ਇੰਪੋਰਟੈਂਟ ਕੈਰੈਕਟਰ ਜੋ ਕਿ ਅਸੀਂ ਮਾਈਟੋਕੌਂਡਰੀਆ 'ਚ ਪੜ੍ਹ ਕੇ ਆਏ ਹਾਂ ਕਿ ਜਿੱਦਾਂ ਮਾਈਟੋਕੌਂਡਰੀਆ ਇੱਕ ਡਬਲ ਮੈਂਬਰੇਨ ਸਟਰਕਚਰ ਹੈ ਜਿਹਦੀਆਂ ਦੋ ਝਿੱਲੀਆਂ ਨੇ, ਇਹਦੀਆਂ ਵੀ ਯਾਨੀ ਕਿ ਦੂਸਰਾ ਨਿੱਕੜਾ ਅੰਗ ਆ ਗਿਆ ਜਿਹਦੀਆਂ ਕੀ ਨੇ ਦੋ ਝਿੱਲੀਆਂ ਨੇ, ਯਾਨੀ ਕਿ ਸੈੱਲ ਦੇ ਅੰਦਰ ਦੋ ਨਿੱਕੜੇ ਅੰਗ ਹੋ ਗਏ ਜਿਹੜੇ ਇੱਕ ਨਹੀਂ ਬਲਕਿ ਦੋ ਝਿੱਲੀਆਂ ਨਾਲ ਢਕੇ ਹੋਏ ਹੁੰਦੇ ਹਨ, ਇੱਕ ਬਾਹਰੀ ਝਿੱਲੀ ਅਤੇ ਇੱਕ ਅੰਦਰੂਨੀ ਝਿੱਲੀ। ਜੇਕਰ ਬੇਟਾ ਤੁਸੀਂ ਇਹਦਾ ਸਟਰਕਚਰ ਦੇਖ ਰਹੇ ਹੋ ਤਾਂ ਤੁਸੀਂ ਦੇਖਦੇ ਹੋ ਜਿੱਦਾਂ ਕਿ ਅਸੀਂ ਇੱਕ ਸੈੱਲ ਦੇ ਅੰਦਰ ਸਾਈਟੋਪਲਾਜ਼ਮ ਬਣਾਉਂਦੇ ਹਾਂ, ਸੈੱਲ ਪਦਾਰਥ ਬਣਾਉਂਦੇ ਹਾਂ, ਇੱਦਾਂ ਹੀ ਕਲੋਰੋਪਲਾਸਟ ਦੇ ਅੰਦਰ ਵੀ ਸੈੱਲ ਪਦਾਰਥ ਹੁੰਦਾ ਜਿਹਨੂੰ ਅਸੀਂ ਸਟ੍ਰੋਮਾ ਕਹਿੰਦੇ ਹਾਂ। ਔਰ ਤੁਸੀਂ ਦੇਖ ਰਹੇ ਹੋ ਇਹਦੇ ਅੰਦਰ ਕਿੰਨੀਆਂ ਸਾਰੀਆਂ ਝਿੱਲੀਆਂ ਨੇ, ਛੋਟੀਆਂ ਛੋਟੇ ਪੀਸਿਸ ਨੇ ਜਿਨ੍ਹਾਂ ਨੂੰ ਅਸੀਂ ਕੀ ਕਹਿੰਦੇ ਹਾਂ, ਥਾਈਲਾਕੋਇਡਸ ਕਹਿੰਦੇ ਹਾਂ। ਕਲੀਅਰ ਬੱਚੇ। ਔਰ ਇੱਕ ਹੋਰ ਸੇਮ ਕੈਰੈਕਟਰ ਹੈ ਮਾਈਟੋਕੌਂਡਰੀਆ ਵਾਲਾ ਇਹਦੇ ਵਿੱਚ, ਇਹਦੇ ਕੋਲ ਵੀ ਆਪਣਾ ਪਰਸਨਲ DNA ਅਤੇ ਰਾਈਬੋਸੋਮਸ ਹੁੰਦੇ ਨੇ। ਹਾਂਜੀ ਬੇਟਾ, ਹੁਣ ਜੋ ਲਾਸਟ ਸਾਡਾ ਬੜਾ ਹੀ ਇੰਪੋਰਟੈਂਟ ਸੈੱਲ ਔਰਗੇਨੈਲੀ ਹੈ ਉਹ ਹੈ ਵੈਕਿਊਲਸ ਯਾਨੀ ਕਿ ਰਸਧਾਨੀਆਂ। ਬੇਟਾ ਸੈੱਲਾਂ ਵਿੱਚ ਪੈਦਾ ਹੋਏ ਵਾਧੂ ਪਦਾਰਥ ਨੂੰ ਰਸਧਾਨੀਆਂ ਵਿੱਚ ਸਟੋਰ ਕੀਤਾ ਜਾਂਦਾ ਹੈ, ਯਾਨੀ ਕਿ ਠੋਸ ਅਤੇ ਤਰਲ ਪਦਾਰਥਾਂ ਨੂੰ ਜਮ੍ਹਾਂ ਕਰਨ ਵਾਲੀਆਂ ਥੈਲੀਆਂ ਹੁੰਦੀਆਂ ਨੇ। ਬੇਟਾ ਜੀ ਜੰਤੂ ਸੈੱਲ ਵਿੱਚ ਤੁਸੀਂ ਜਦੋਂ ਡਰਾਅ ਕਰਦੇ ਸੀ ਐਨੀਮਲ ਸੈੱਲ ਤਾਂ ਤੁਸੀਂ ਬੜੀਆਂ ਛੋਟੀਆਂ ਔਰ ਬਹੁਤ ਸਾਰੀਆਂ ਰਸਧਾਨੀਆਂ ਬਣਾਉਂਦੇ ਸੀ, ਪਰ ਜਦੋਂ ਪਲਾਂਟ ਸੈੱਲ ਡਰਾਅ ਕਰਦੇ ਸੀ ਤਾਂ ਉਹਦੇ ਸੈਂਟਰ ਵਿੱਚ ਇੱਕ ਬਹੁਤ ਵੱਡੇ ਆਕਾਰ ਦੀ ਰਸਧਾਨੀ ਬਣਾਉਂਦੇ ਸੀ। ਉਹ ਰਸਧਾਨੀ ਜਿਹੜੀ ਹੁੰਦੀ ਹੈ ਉਹ ਕੀ ਕਰਦੀ ਹੈ, ਪੌਦਾ ਸੈੱਲ ਦੇ ਅੰਦਰ ਕੇਂਦਰਕ ਨੂੰ ਇੱਕ ਪਾਸੇ ਤੇ ਕੀ ਕਰਦੀ ਹੈ, ਵਿਸਥਾਪਿਤ ਕਰ ਦਿੰਦੀ ਹੈ ਬੇਟਾ। ਰਾਈਟ। ਅਸੀਂ ਇੱਕ ਸਾਈਡ ਤੇ ਡਰਾਅ ਕਰਦੇ ਹਾਂ ਤਾਂ ਇਟ ਮੀਨਸ ਮੈਨੂੰ ਇਹ ਪਤਾ ਚੱਲ ਗਿਆ ਕਿ ਪੌਦਾ ਸੈੱਲ ਦੇ ਅੰਦਰ ਜਿਹੜਾ ਵੈਕਿਊਲ ਹੈ ਉਹ ਕੀ ਕਰ ਰਿਹਾ, ਉਸ ਸੈੱਲ ਨੂੰ ਰਿਜਿਡਿਟੀ ਯਾਨੀ ਕਿ ਕਠੋਰਤਾ ਪ੍ਰੋਵਾਈਡ ਕਰੇਗਾ। ਰਾਈਟ। ਹੁਣ ਬੇਟਾ ਜਿਹੜਾ ਪੌਦਾ ਸੈੱਲ ਹੈ ਉਹਦੇ ਅੰਦਰ ਆਪਾਂ ਦੇਖਦੇ ਹਾਂ ਜਿਹੜੇ ਜ਼ਰੂਰੀ ਪਦਾਰਥ ਹੁੰਦੇ ਆ ਉਹ ਸਾਰੇ ਰਸਧਾਨੀਆਂ ਦੇ ਅੰਦਰ ਮੌਜੂਦ ਹੁੰਦੇ ਆ, ਜਿਵੇਂ ਕਿ ਅਮਾਈਨੋ ਐਸਿਡ ਵਗੈਰਾ, ਕਾਰਬੋਨਿਕ ਐਸਿਡ ਵਗੈਰਾ। ਕਲੀਅਰ। ਇਹ ਸਭ ਚੀਜ਼ਾਂ। ਹੁਣ ਆਪਾਂ ਦੇਖਦੇ ਹਾਂ ਕਿ ਜਿਹੜੇ ਇੱਕ ਸੈਲੀ ਜੀਵ ਤੁਸੀਂ ਪੜ੍ਹਦੇ ਸੀਗੇ, ਅਮੀਬਾ ਹੋ ਗਿਆ, ਪੈਰਾਮੀਸ਼ੀਅਮ ਹੋ ਗਿਆ, ਉਹਦੇ ਅੰਦਰ ਤੁਸੀਂ ਭੋਜਨ ਰਸਧਾਨੀ ਬਣਾਉਂਦੇ ਸੀ, ਯਾਨੀ ਕਿ ਉਹਦੇ ਉਸ ਰਸਧਾਨੀ ਦੇ ਅੰਦਰ ਕੀ ਹੈ, ਭੋਜਨ ਪਦਾਰਥ ਨੇ। ਰਾਈਟ। ਕਲੀਅਰ। ਔਰ ਦੈਨ ਨੈਕਸਟ ਅਸੀਂ ਇਹ ਪੜ੍ਹਾਂਗੇ ਕਿ ਹੋਰ ਵੀ ਕਈ ਸੈੱਲ ਜੀਵਾਂ ਦੇ ਅੰਦਰ ਜਿਹੜੀਆਂ ਰਸਧਾਨੀਆਂ ਹੁੰਦੀਆਂ ਨੇ ਨਾ, ਇਹ ਵਾਧੂ ਪਾਣੀ ਯਾਨੀ ਕਿ ਪਾਣੀ ਦੀ ਮਾਤਰਾ ਸੈੱਲ ਦੇ ਅੰਦਰ ਜ਼ਿਆਦਾ ਨਾ ਹੋ ਜਾਏ ਉਹਨੂੰ ਬਾਹਰ ਕੱਢਣਾ, ਵਿਅਰਥ ਪਦਾਰਥਾਂ ਨੂੰ ਸਰੀਰ ਤੋਂ ਬਾਹਰ ਕੱਢਣ ਵਿੱਚ ਇਹ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਕਲੀਅਰ ਬੇਟਾ। ਹਾਂਜੀ ਬੇਟਾ, ਤਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਅੱਜ ਦਾ ਲੈਕਚਰ ਬੜੇ ਧਿਆਨ ਨਾਲ ਸੁਣਿਆ ਹੋਏਗਾ। ਇਹਦੇ ਰਿਲੇਟਿਡ ਅਸਾਈਨਮੈਂਟ ਜੋ ਕਿ ਤੁਹਾਨੂੰ ਕੱਲ੍ਹ ਭੇਜੀ ਗਈ ਸੀ ਉਹ ਤੁਸੀਂ ਪੜ੍ਹ ਲਈ ਹੋਏਗੀ, ਲੈਕਚਰ ਵੀ ਧਿਆਨ ਨਾਲ ਸੁਣ ਲਿਆ। ਤਾਂ ਹੁਣ ਜਦੋਂ ਅਸੀਂ ਇਹਦੇ MCQs ਕਰਾਂਗੇ ਰਾਈਟ, ਤਾਂ ਤੁਸੀਂ ਬਹੁਤ ਈਜ਼ੀਲੀ ਉਹਨਾਂ ਨੂੰ ਅਟੈਂਪਟ ਕਰ ਪਾਓਗੇ ਕਿਉਂਕਿ ਸਾਰੇ MCQs ਇਹਨਾਂ ਟੌਪਿਕਸ 'ਤੇ ਹੀ ਬੇਸਡ ਹੁੰਦੇ ਆ। ਕਲੀਅਰ ਬੇਟਾ। ਥੈਂਕ ਯੂ। ਟੇਕ ਕੇਅਰ।